ਕਿ ਹਜ਼ਰਤ ਉਮਰ ਦੇ ਜੀਵਨ ਦੀ ਇੱਕ ਬੜੀ ਪਿਆਰੀ ਘਟਨਾ ਯਾਦ ਆ ਗਈ ਕਿ ਇੱਕ ਵਾਰ ਉਹਨਾਂ ਦਾ ਦੁਸ਼ਮਣ ਜੋ ਨਾਲ ਦਾ ਬਾਦਸ਼ਾਹ ਸੀ, ਨਾਲ ਦੇ ਦੇਸ਼ ਦਾ ਬਾਦਸ਼ਾਹ ਸੀ, ਉਹਨੇ ਹਜ਼ਰਤ ਉਮਰ ਨੂੰ ਖਤਮ ਕਰਨ ਵਾਸਤੇ ਆਪਣੇ ਇੱਕ ਗੁਲਾਮ ਨੂੰ ਭੇਜਿਆ ਔਰ ਉਹਨੂੰ ਕੁਝ ਇਤਰ ਦਿੱਤੇ, ਇਤਰ ਕਹਿੰਦੇ ਆ ਸੈਂਟ ਨੂੰ, ਔਰ ਨਾਲ ਇੱਕ ਜ਼ਹਿਰ ਦੀ ਸ਼ੀਸ਼ੀ ਦਿੱਤੀ ਔਰ ਇਹ ਗੱਲ ਕਹੀ ਕਿ ਪਹਿਲਾਂ ਇਤਰ ਦੇਈ, ਜਦੋਂ ਇਹਦੀ ਸਮੈਲ ਉਹ ਲੈਣਗੇ ਸੋਹਣੀ ਲੱਗੇਗੀ, ਫਿਰ ਨਾਲ ਹੀ ਉਹ ਇਤਰ ਵਿੱਚ ਜ਼ਹਿਰ ਦੀ ਸ਼ੀਸ਼ੀ ਰੱਖ ਦੇਈ। ਇਹ ਜ਼ਹਿਰ ਦੀ ਸ਼ੀਸ਼ੀ ਐਸੀ ਹੈ ਕਿ ਜਿਹੜਾ ਵੀ ਇਹਦੀ ਸਮੈਲ ਲੈਂਦਾ ਹੈ, ਯਾਨੀ ਇਹਦੀ ਮਹਿਕ ਲੈਂਦਾ, ਉਹ ਨਾਲ ਹੀ ਸੁੰਘਦੇ ਸਾਰੀ ਮਰ ਜਾਂਦਾ ਹੈ। ਹਜ਼ਰਤ ਉਮਰ ਦੀ ਮੌਤ ਹੋ ਜਾਏਗੀ ਔਰ ਨਾਲ ਉਸ ਬਾਦਸ਼ਾਹ ਨੇ ਕੁਝ ਧਨ ਭੇਜ ਦਿੱਤਾ ਔਰ ਨਾਲ ਇੱਕ ਕਹਿੰਦੇ ਹੈ ਗੁਲਾਮ ਔਰਤ ਨੂੰ ਭੇਜ ਦਿੱਤਾ ਜੋ ਬੜੀ ਸੁੰਦਰ ਸੀ। ਹੁਣ ਕਹਿੰਦੇ ਧਨ, ਗੁਲਾਮ ਔਰਤ ਔਰ ਨਾਲ ਉਸਨੇ ਉਹ ਇਤਰ ਭੇਜ ਦਿੱਤਾ ਕਿ ਇਹ ਨਜ਼ਰਾਨਾ ਦੇ ਦੇਈ ਮੇਰੇ ਵੱਲੋਂ, ਕਿਉਂਕਿ ਮਕਸਦ ਤਾਂ ਇਹ ਸੀ ਉਮਰ ਦੀ ਜਾਨ ਲੈਣ ਦਾ। ਜਦੋਂ ਇਹ ਗੁਲਾਮ ਪਹੁੰਚਿਆ ਮਦੀਨੇ ਵਿੱਚ, ਹਜ਼ਰਤ ਉਮਰ ਬਾਰੇ ਪੁੱਛਿਆ ਕਿ ਤੁਹਾਡਾ ਬਾਦਸ਼ਾਹ ਕਿੱਥੇ ਹੈ ਉਮਰ, ਤਾਂ ਲੋਕਾਂ ਨੇ ਦੱਸਿਆ ਕਿ ਸਾਡਾ ਬਾਦਸ਼ਾਹ ਉਮਰ ਉਹ ਤਾਂ ਫਕੀਰਾਂ ਦੀ ਤਰ੍ਹਾਂ ਰਹਿੰਦਾ ਹੈ, ਕਹਿਣ ਨੂੰ ਹੀ ਹੈ ਮੱਕੇ ਦਾ ਬਾਦਸ਼ਾਹ, ਪਰ ਰਹਿੰਦਾ ਫਕੀਰਾਂ ਦੀ ਤਰ੍ਹਾਂ ਹੈ, ਉਹ ਫਲਾਨੀ ਜਗ੍ਹਾ ਬੈਠਾ ਹੈ। ਜਦੋਂ ਕਹਿੰਦੇ ਇਹ ਗੁਲਾਮ ਗਿਆ, ਇਹਨਾਂ ਤਾਂ ਸੋਚਿਆ ਸੀ ਜਿੱਦਾਂ ਸਾਡਾ ਬਾਦਸ਼ਾਹ ਆਲੀਸ਼ਾਨ ਮਹਿਲਾਂ 'ਚ ਰਹਿੰਦਾ ਹੈ ਇੱਦਾਂ ਹੀ ਰਹਿੰਦਾ ਹੋਏਗਾ, ਪਰ ਉਮਰ ਨੂੰ ਦੇਖਿਆ ਕਿ ਪੇੜ ਥੱਲੇ ਬੈਠੇ ਹੋਏ ਹੈ, ਉਹ ਵੀ ਥੱਲੇ ਬੋਰੀ ਵਿਛਾ ਕੇ। ਔਰ ਜਾ ਕੇ ਉਸਨੇ ਜਦੋਂ ਦੇਖਿਆ ਤਾਂ ਦੇਖ ਕੇ ਉਹਦੇ ਮਨ 'ਚ ਉਹ ਦਰਸ਼ਨ ਕਰਕੇ ਐਸੀ ਖਿੱਚ ਪਈ ਕਿ ਇਹ ਤਾਂ ਰੱਬ ਦਾ ਕੋਈ ਨੇਕ ਬੰਦਾ ਲੱਗਦਾ ਔਰ ਮੇਰਾ ਬਾਦਸ਼ਾਹ ਇਹਨੂੰ ਮਾਰਨਾ ਚਾਹੁੰਦਾ ਹੈ। ਜਰਾ ਸਮਝਣਾ ਸਾਰੇ ਜੀ। ਹੁਣ ਕਹਿੰਦੇ ਉਹ ਗੁਲਾਮ ਦੇ ਮਨ 'ਚ ਇਦਾਂ ਦੀ ਭਾਵਨਾ ਪੈਦਾ ਹੋਈ, ਉਹਨੇ ਉਮਰ ਨੂੰ ਕਿਹਾ, ਹਜ਼ਰਤ ਉਮਰ ਮੈਨੂੰ ਫਲਾਣੇ ਬਾਦਸ਼ਾਹ ਨੇ ਭੇਜਿਆ ਹੈ, ਤੁਹਾਡੇ ਵਾਸਤੇ ਕੁਝ ਨਜ਼ਰਾਨਾ ਲੈ ਕੇ ਆਇਆ ਹਾਂ। ਤਾਂ ਉਮਰ ਨੇ ਕਿਹਾ ਕਿਹੜਾ ਨਜ਼ਰਾਨਾ? ਉਹਨੇ ਦੱਸਿਆ ਜੀ ਆਹ ਦੌਲਤ। ਉਹ ਕਹਿੰਦੇ ਮਸਜਿਦ ਨਬਵੀ ਬਣ ਰਹੀ ਹੈ, ਯਾਨੀ ਹਜ਼ੂਰ ਦਾ ਮਦੀਨਾ ਬਣ ਰਿਹਾ ਹੈ, ਬਹੁਤ ਅੱਛਾ ਹੈ, ਇਹਨੂੰ ਮੈਂ ਕਬੂਲ ਕਰਦਾ, ਇਹ ਮਸਜਿਦ ਬਣਾਉਣ ਦੇ ਕੰਮ ਆਏਗੀ, ਕਿਉਂਕਿ ਉਸਲੇ ਮਦੀਨੇ ਦਾ ਕੰਮ ਚੱਲ ਰਿਹਾ ਸੀ ਜਿੱਥੇ ਹਜ਼ੂਰ ਮੁਹੰਮਦ ਦੀ ਮਜ਼ਾਰ ਹੈ। ਫਿਰ ਉਹਨੇ ਕਿਹਾ ਮੈਂ ਇੱਕ ਗੁਲਾਮ ਲੈ ਕੇ ਆਇਆ, ਯਾਨੀ ਲੜਕੀ ਨੂੰ ਕਿਹਾ ਜਾਂਦਾ ਹੈ ਗੁਲਾਮਾਂ ਨੂੰ, ਇਹ ਲੈ ਕੇ ਆਇਆ ਹਾਂ। ਹਜ਼ਰਤ ਉਮਰ ਨੇ ਜਦੋਂ ਉਹਦੀ ਤਰਫ ਦੇਖਿਆ ਤਾਂ ਦੇਖ ਕੇ ਕਿਹਾ ਸੁਭਾਨ ਅੱਲਾਹ, ਪਰਮਾਤਮਾ ਨੇ ਬੜੀ ਅੱਛੀ ਸੂਰਤ ਪੈਦਾ ਕੀਤੀ ਹੈ। ਫਿਰ ਹਜ਼ਰਤ ਉਮਰ ਨੇ ਇੱਕ ਨਾਲ ਹੀ ਨੌਜਵਾਨ ਬੈਠਾ ਸੀ ਜਿਹਦੀ ਸ਼ਾਦੀ ਨਹੀਂ ਹੋਈ ਸੀ, ਹਜ਼ਰਤ ਉਮਰ ਨੇ ਕਿਹਾ ਐ ਨੌਜਵਾਨ ਤੂੰ ਇਸ ਨਾਲ ਸ਼ਾਦੀ ਕਰਨਾ ਚਾਹੁੰਦਾ ਹਾਂ? ਉਹ ਕਹਿੰਦਾ ਜੀ ਹਾਂ। ਕਹਿੰਦੇ ਫਿਰ ਜਾ, ਇਹ ਮੈਂ ਤੇਰੇ ਇਖਤਿਆਰ 'ਚ ਦਿੱਤੀ, ਤੇਰਾ ਅੱਜ ਨਿਕਾਹ ਪੜਿਆ ਜਾਏਗਾ, ਅੱਜ ਤੋਂ ਇਹ ਤੇਰੀ ਪਤਨੀ ਹੈ। ਉਹ ਗੁਲਾਮ ਬੜਾ ਹੈਰਾਨ ਰਹਿ ਗਿਆ, ਕਹਿੰਦਾ ਮੈਂ ਤਾਂ ਸੋਚਿਆ ਸੀ ਤਾਂ ਸਾਡੇ ਬਾਦਸ਼ਾਹ ਕੋਈ ਚੀਜ਼ ਪਸੰਦ ਆ ਜਾਵੇ ਮੇਰੀ, ਪਰ ਇਹਨਾਂ ਦੇ ਅੰਦਰ ਤਾਂ ਕੋਈ ਅਸਰ ਹੀ ਨਹੀਂ ਹੈ। ਫਿਰ ਉਹਨੇ ਹਜ਼ਰਤ ਉਮਰ ਨੇ ਕਿਹਾ ਹੋਰ ਕੀ ਚੀਜ਼ ਹੈ? ਉਹਨੇ ਇਤਰ ਪੇਸ਼ ਕੀਤਾ, ਕਹਿੰਦਾ ਜੀ ਆ ਉਹ ਇਤਰ ਹੈ ਜਿਹੜਾ ਬੜਾ ਕੀਮਤੀ ਹੈ, ਇੱਕ ਵਾਰ ਕੱਪੜੇ ਨੂੰ ਲੱਗ ਜਾਵੇ ਤਾਂ ਕੱਪੜਾ ਧੋ ਧੋ ਕੇ ਫਟ ਜਾਂਦਾ, ਪਰ ਇਤਰ ਦੀ ਸਮੈਲ, ਉਹਦੀ ਮਹਿਕ ਨਹੀਂ ਜਾਂਦੀ। ਹਜ਼ਰਤ ਉਮਰ ਨੇ ਕਿਹਾ ਲਿਆ ਫਿਰ, ਇਹ ਮੇਰੀ ਹਜ਼ੂਰ ਦੀ ਮਜ਼ਾਰ ਤੇ ਸੁੱਟਣ ਦੇ ਕੰਮ ਆਏਗਾ, ਕਿਉਂਕਿ ਮੇਰੇ ਹਜ਼ੂਰ ਦੀ ਮਜ਼ਾਰ ਚੋਂ ਮਹਿਕ ਆਣੀ ਚਾਹੀਦੀ, ਮੇਰੇ ਮੁਰਸ਼ਦ ਦੀ ਮਜ਼ਾਰ ਚੋਂ। ਇਹ ਆਸ਼ਿਕ ਦਾ ਪ੍ਰੇਮ। ਹੁਣ ਜਦੋਂ ਉਹਨਾਂ ਦੇਖਿਆ ਆਪਣੇ ਵਾਸਤੇ ਤਾਂ ਰੱਖਿਆ ਹੀ ਕੁਛ ਨਹੀਂ, ਇੰਨਾ ਰੱਬ ਦਾ ਪਿਆਰ ਕਰਨ ਵਾਲਾ ਆਪਣੇ ਮੁਰਸ਼ਦ ਨਾਲ, ਤਾਂ ਉਹਦੇ ਮਨ 'ਚ ਇੱਕੋ ਹੀ ਗੱਲ ਆਈ, ਕਹਿੰਦਾ ਇੰਨਾ ਨੇਕ ਆਦਮੀ ਹੁਣ ਜੇ ਮੈਂ ਜ਼ਹਿਰ ਦੀ ਸ਼ੀਸ਼ੀ ਦੇਵਾਂ, ਇਹ ਦੁਨੀਆ ਤੋਂ ਚਲਾ ਗਿਆ ਤਾਂ ਫਿਰ ਮੈਂ ਤੇਰੇ ਹੱਥੋਂ ਬਹੁਤ ਬੜਾ ਪਾਪ ਹੋਏਗਾ। ਇਸ ਲਈ ਉਹਨਾਂ ਕੀ ਕੀਤਾ, ਉਹ ਸ਼ੀਸ਼ੀ ਦਿੱਤੀ। ਹਜ਼ਰਤ ਉਮਰ ਕਹਿੰਦੇ ਹੋਰ ਕੁਛ ਹੈ? ਉਹ ਕਹਿੰਦਾ ਜੀ ਆਹ ਸ਼ੀਸ਼ੀ ਹੈ। ਕਹਿੰਦੇ ਕੀ ਹੈ? ਉਹ ਕਹਿੰਦਾ ਜੀ ਸੱਚ ਦੱਸਾਂ ਇਹਦੇ 'ਚ ਜ਼ਹਿਰ ਹੈ, ਇਹ ਜ਼ਹਿਰ ਦੀ ਗੰਧ ਲੈਣ ਨਾਲ ਹੀ, ਮਹਿਕ ਲੈਣ ਨਾਲ ਹੀ ਬੰਦਾ ਮਰ ਜਾਂਦਾ ਹੈ। ਇਸ ਲਈ ਹੁਣ ਭੇਜਿਆ ਤਾਂ ਮਾਰਨ ਵਾਸਤੇ ਸੀ, ਪਰ ਉਹਨਾਂ ਗੱਲ ਕਿੱਦਾਂ ਬਦਲੀ ਕਿ ਇਹ ਭੇਜਿਆ ਹੈ ਤਾਂ ਕਿ ਜੇ ਕੋਈ ਤੁਹਾਡਾ ਦੁਸ਼ਮਣ ਹੋਵੇ, ਜਿਹੜਾ ਤੁਹਾਨੂੰ ਲੱਗੇ ਮੇਰਾ ਦੁਸ਼ਮਣ ਹੈ, ਤਾਂ ਇਹ ਜ਼ਹਿਰ ਤੁਸੀਂ ਉਹਨੂੰ ਦੇ ਕੇ ਮਾਰ ਸਕਦੇ ਹੋ। ਹਜ਼ਰਤ ਉਮਰ ਨੇ ਹੱਸ ਕੇ ਸ਼ੀਸ਼ੀ ਪਕੜੀ, ਕਹਿੰਦੇ ਹੈ ਇੱਕ ਮੇਰਾ ਸਭ ਤੋਂ ਬੜਾ ਦੁਸ਼ਮਣ। ਅੱਛਾ ਕੀਤਾ ਤੂੰ ਜ਼ਹਿਰ ਲਿਆਇਆ। ਉਹ ਕਹਿੰਦਾ ਜੀ ਕਿਹੜਾ ਤੁਹਾਡਾ ਦੁਸ਼ਮਣ ਹੈ? ਕਿਉਂਕਿ ਜਿੱਥੇ ਤੱਕ ਤੁਸੀਂ ਮੈਨੂੰ ਨਜ਼ਰ ਆਉਂਦੇ ਹੋ ਤੁਹਾਡਾ ਦੁਸ਼ਮਣ ਤਾਂ ਕੋਈ ਹੋ ਹੀ ਨਹੀਂ ਸਕਦਾ। ਉਹ ਕਹਿੰਦੇ ਹੈ ਲਿਆ, ਬਹੁਤ ਅੱਛਾ ਹੈ ਤੂੰ ਜ਼ਹਿਰ ਲਿਆਇਆ। ਉਹ ਕਹਿੰਦੇ ਜੀ ਦੁਸ਼ਮਣ ਕਿਹੜਾ ਹੈ? ਹਜ਼ਰਤ ਉਮਰ ਕਹਿੰਦੇ ਤੂੰ ਨਹੀਂ ਜਾਣ ਸਕਦਾ, ਕਿਉਂਕਿ ਮੇਰਾ ਦੁਸ਼ਮਣ ਮੇਰੇ ਅੰਦਰ ਬੈਠਾ ਨਫਸ, ਇਹ ਮਨ, ਜਰਾ ਗੌਰ ਕਰਨਾ। ਕਹਿੰਦੇ ਅੱਛਾ ਹੋਇਆ ਇਹਨੂੰ ਲਿਆਇਆ, ਇਹ ਦੁਸ਼ਮਣ ਦਾ ਮਰਨਾ ਜ਼ਰੂਰੀ ਸੀ, ਔਰ ਤੂੰ ਕਹਿੰਦਾ ਹੈ ਇਹਦੀ ਮਹਿਕ ਲੈਣ ਨੇ ਬੰਦਾ ਮਰ ਜਾਂਦਾ। ਉਹ ਕਹਿੰਦਾ ਜੀ ਹਾਂ। ਉਹਨਾਂ ਨੇ ਸ਼ੀਸ਼ੀ ਖੋਲੀ, ਪੀ ਗਏ, ਬਿਸਮਿਲ੍ਲਾ ਕਹਿ ਕੇ, ਰੱਬ ਦਾ ਨਾਮ ਲੈ ਕੇ ਸ਼ੀਸ਼ੀ ਪੀ ਗਏ। ਉਹ ਗੁਲਾਮ ਦਾ ਤਾਂ ਹੱਥ ਪੈਰ ਕੰਬਣ ਲੱਗ ਗਏ, ਜਿਹਦੀ ਮਹਿਕ ਲੈਣ ਨੇ ਬੰਦਾ ਮਰ ਸਕਦਾ, ਇੰਨਾ ਸ਼ਕਤੀਸ਼ਾਲੀ ਖਤਰਨਾਕ ਜ਼ਹਿਰ, ਉਹ ਪੂਰੀ ਸ਼ੀਸ਼ੀ ਪੀ ਗਏ ਛੋਟੀ ਜਿਹੀ, ਇਹ ਤਾਂ ਹੁਣ ਖਤਮ। ਹਜ਼ਰਤ ਉਮਰ ਬੈਠ ਗਏ, ਚਿਹਰਾ ਲਾਲ ਹੋ ਗਿਆ, ਪਸੀਨਾ ਆਣਾ ਸ਼ੁਰੂ ਹੋ ਗਿਆ, ਔਰ ਇਹ ਗੁਲਾਮ ਡਰਨਾ ਸ਼ੁਰੂ ਹੋ ਗਿਆ। 10-15 ਮਿੰਟ ਬਾਅਦ ਹਜ਼ਰਤ ਉਮਰ ਨੇ ਅੱਖਾਂ ਖੋਲੀਆਂ, ਮੁਸकुराए, ਕਹਿੰਦੇ डर क्यों ਰਿਹਾ ਹੈ? ਫਿਕਰ ਨਾ ਕਰ, ਮੈਂ ਆਪਣੇ ਮਾਲਿਕ ਦੇ ਵਿਸ਼ਵਾਸ ਤੇ ਜ਼ਹਿਰ ਪੀਤਾ ਹੈ, ਔਰ ਮੇਰੇ ਮਾਲਿਕ ਦੀ ਤਾਕਤ ਇਹ ਜ਼ਹਿਰ ਨਾਲ ਬਹੁਤ ਬੜੀ ਹੈ। ਜਿੱਦਾਂ ਮੀਰਾ ਨੇ ਸਤਿਗੁਰ ਦੇ ਭਰੋਸੇ ਜ਼ਹਿਰ ਪੀ ਲਿਆ ਸੀ ਨਾ, ਤਾਂ ਜ਼ਹਿਰ ਨੇ ਉਹਨਾਂ ਕੁਝ ਨਹੀਂ ਵਿਗਾੜਿਆ। ਹਜ਼ਰਤ ਉਮਰ ਨੇ ਕੀ ਸਾਬਿਤ ਕੀਤਾ? ਉਹ ਕਹਿੰਦੇ ਦੁਨੀਆ ਦੇ ਕੋਈ ਵੀ ਜ਼ਹਿਰ ਉਹਦੀ ਰਹਿਮਤ ਤੋਂ ਬੜਾ ਨਹੀਂ ਹੈ। ਇਸ ਲਈ ਇਹ ਮਿਸਾਲ ਤੁਹਾਨੂੰ ਕਿਉਂ ਦੱਸੀ ਕਿ ਤੁਹਾਡੇ ਜੀਵਨ 'ਚ ਵੀ ਕਈ ਵਾਰ ਅਸੀਂ ਕੀ ਕਰਦੇ, ਛੋਟੀ ਛੋਟੀਆਂ ਚੀਜ਼ਾਂ ਤੋਂ ਡਰਦੇ ਰਹਿੰਦੇ, ਆਹ ਖਾ ਲਿਆ ਮੈਨੂੰ ਕੁਝ ਹੋ ਜਾਏਗਾ, ਆਹ ਖਾ ਲਿਆ ਮੈਨੂੰ ਕਿਸੇ ਨੇ ਦੇ ਦਿੱਤਾ, ਕੋਈ ਲੱਡੂ ਦੇ ਦਿੱਤਾ ਮੈਨੂੰ ਕਿਸੇ ਨੇ ਕਰ ਦਿੱਤਾ, ਉਹ ਵੀ ਵਹਿਮ ਹੈ, ਮੈਨੂੰ ਕੁਝ ਹੋ ਜਾਏਗਾ। ਯਾਦ ਰੱਖੋ, ਆਪਣੇ ਮਾਲਿਕ ਤੇ ਇੰਨਾ ਭਰੋਸਾ ਰੱਖੋ, ਉਹਦਾ ਨਾਮ ਲੈ ਕੇ ਜਦੋਂ ਵੀ ਖਾਈਏ ਉਹਨੂੰ ਯਾਦ ਕਰਕੇ ਭੋਜਨ ਕਰੀਏ, ਤਾਂ ਫਿਰ ਕਿਸੇ ਵੀ ਚੀਜ਼ 'ਚ ਇੰਨੀ ਤਾਕਤ ਹੈ ਨਹੀਂ ਜੋ ਸਾਡਾ ਕੁਝ ਵਿਗਾੜ ਸਕੇ। ਬਸ ਆਪਣੀ ਸੁਰਤੀ, ਆਪਣਾ ਧਿਆਨ ਆਪਣੇ ਮਾਲਿਕ ਵੱਲ ਰੱਖਣਾ ਹੈ। ਤਾਂ ਜਿੱਦਾਂ ਹਜ਼ਰਤ ਉਮਰ ਨੇ ਕਿਹਾ
ਕਿ ਸਭ ਤੋਂ ਬੜਾ ਦੁਸ਼ਮਣ ਤਾਂ ਮੇਰੇ ਅੰਦਰ ਹੈ। ਤਾਂ ਤੁਸੀਂ ਵੀ ਜ਼ਰਾ ਸੋਚੋ ਇਹ ਗੱਲ ਨੂੰ ਕਿ ਸਭ ਤੋਂ ਬੜਾ ਦੁਸ਼ਮਣ ਕਿੱਥੇ ਹੈ। ਤੁਸੀਂ ਕਹਿੰਦੇ ਉਹ ਗੁਆਂਢੀ ਮੇਰਾ ਦੁਸ਼ਮਣ, ਉਹ ਫਲਾਨਾ ਇਨਸਾਨ ਮੇਰਾ ਦੁਸ਼ਮਣ। ਉਹ ਕਹਿੰਦੇ ਸਭ ਤੋਂ ਬੜਾ ਦੁਸ਼ਮਣ ਤਾਂ ਤੇਰੇ ਅੰਦਰ ਬੈਠਾ। ਇਹ ਮਨ ਜੋ ਵਹਿਮਾਂ ਭਰਮਾਂ ਨਾਲ ਜੁੜ ਗਿਆ ਤਾਂ ਤੇਰਾ ਦੁਸ਼ਮਣ ਹੈ। ਜਦੋਂ ਪ੍ਰਭੂ ਦੇ ਵਿਸ਼ਵਾਸ ਨਾਲ ਜੁੜ ਗਿਆ ਤਾਂ ਇਹੀ ਤੇਰਾ ਮਿੱਤਰ बन जाता है। साहब ने एक सवाल पूछा अपने गुरु ग्रंथ साहिब के मुतालिक, और अल्हम्दुलिल्लाह मैं भी गुरु ग्रंथ साहिब पढ़ चुका हूँ, और जिस तरीके से, क्योंकि वक्त मुख्तसर सा होने की वजह से मुझे वक्त नहीं मिला कि गुरु ग्रंथ को भी कोट करूँ। आपका सवाल का जवाब देने के पहले मैं आपसे इतना चाहूँगा कि इवन गुरु ग्रंथ की किताब पढ़ेंगे आप, ग्रंथ जिसे आदि ग्रंथ कहते हैं, और कोई सिख से पूछेंगे कि खुदा का तसव्वुर क्या है, सबसे बेहतरीन जवाब कोई सिख दे सकेगा वो आपको कोट करेंगे जापू जी, जो गुरु ग्रंथ साहिब आदि ग्रंथ के सबसे पहले चैप्टर है, सबसे पहला श्लोक, जिसके कहते हैं जापू जी, जिसके मानी है कि गॉड इज ट्रू, ही इज ओनली वन, ही इज नॉट बिगॉटन एंड इज फ्री फ्रॉम फियर एंड वांट। क्योंकि मैंने अंग्रेजी में पढ़ा हूँ इसलिए मैं अंग्रेजी में उसे कह रहा हूँ कि खुदा एक ही है, वो हक है, और वो ना किसी को जना है ना किसी को जनेगा, और वो इमॉर्टल है, ना कभी मर सकता है। और इसको सिखिज्म में जो खुदा को कहते हैं ओमकारा, इन मैनिफेस्ट फॉर्म इज ओमकारा एंड अनमैनिफेस्ट फॉर्म इज एक ओमकारा, और कई इसके एट्रीब्यूट्स है। मिसाल के तौर पे परवरदिगार, अकल, और उसे रहीम कहा गया है, वाहे गुरु एज वन गॉड कहा गया है, और इट इज स्ट्रिक्टली अगेंस्ट आइडल वर्शिप एंड अवतारवादा। भाई साहब का सवाल था कि उनने ग्रंथ में पढ़ा कि गुरु नानक साहब मक्का के, और उनका पैर काबा की तरफ था, और कोई मौलवी ने पैर को हिलाए और काबा हिल गया। क्योंकि ये एज ऑफ साइंस एंड टेक्नोलॉजी है, अगर कोई चीज़ जो किताब हज़ारों साल पहले लिखी गई है, 10,000 साल या 4,000 साल, तो शायद उसके बारे में हिस्टोरिकल रिकॉर्ड मिलना मुश्किल है। हालांकि इवन जीसस क्राइस्ट के बारे में 2,000 साल हिस्टोरिकल रिकॉर्ड है, क्योंकि सिखिज्म जो एकदम नया मज़हब है, जितने मज़ाहिब के मुकाबले हिंदुस्तान में नया है, कुछ सैकड़ों साल पहले 15th सेंचुरी में, टुवर्ड द एंड ऑफ द 15th सेंचुरी, गुरु नानक साहब जो पंजाब के थे, ये मज़हब तो कायम हुआ हार्डली 400-500 ईयर, 400-500 साल। और अगर ये मान लो, सपोज मिसाल के तौर पे मान लो, मैं क्यों कह रहा हूँ कि मैं नहीं चाहता हूँ किसी को बुरा लगे, मान लो ये सच है, मान लो अगर 400-500 साल पहले अगर ये होता था कि काबा इधर से उधर हिल जाता था, तो हिस्टोरिकल रिकॉर्ड में बिल्कुल लिखा होता था। और कई हिस्टोरिकल रिकॉर्ड में ये नहीं कि काबा हिला इधर उधर, कई हिस्टोरिकल रिकॉर्ड आप देखेंगे। हिस्ट्री इतनी अल्हम्दुलिल्लाह 800-900 साल पहले, 1000 साल पहले जो मुगल ने किए, बिल्कुल लिखा हुआ हिस्टोरिकल रिकॉर्ड में। तो ये कहना कि गुरु नानक साहब वहाँ गए और काबा हिल गया, ये बिल्कुल साइंस के खिलाफ है, क्योंकि साइंस में कोई भी रिकॉर्ड नहीं है, वहाँ के देश के रिकॉर्ड में कहीं भी नहीं कि काबा हिला। तो इसलिए हम कहते हैं कि हो सकता है ये गलती से किसने लिखा होगा, न कई किस्से कहानी। ये मैं तस्लीम करता हूँ कि गुरु ग्रंथ साहिब में कई चीज़ें सही है, हक की बात है, लेकिन ये तस्लीम करना कि काबा हिल गया, ये बिल्कुल साइंस के भी खिलाफ है, साइंस के खिलाफ है, और इस्लाम में भी ये नहीं है। लेकिन ये कहना कि कोई गैर मुस्लिम जा सकता है, मुमकिन है, चुपके से कोई गया तो हो सकता है। वो भी जवाब। नाज़रीन, आपने वीडियो देख ली। वीडियो के अंदर किस तरह जो है एक सिख अपनी महफिल के अंदर हज़रत उमर रज़ी अल्लाह ताला का तज़किरा करते हैं, और वो वाक़या, ऐसा वाक़या सुनाते हैं कि जो इंसान के ईमान को ताज़ा करता है। नाज़रीन, आज भी हज़रत उमर फ़ारूक रज़ी अल्लाह ताला अन्हु के बारे में गैर मुस्लिम जो है उनके अदल व इंसाफ की जो है तारीफ़ें और तारीफ़ों के पुल बांधते हैं। नाज़रीन, डॉक्टर ज़ाकिर नाइक को भी सुन लिया कि आपने जो है डॉक्टर ज़ाकिर नाइक से ये सुना कि उसने किस तरह जो है सिख मज़हब को जो है वाज़ेह तौर पर बयान किया है कि सिख मज़हब जो है आया मुस्लिम है या गैर मुस्लिम है। उनकी किताबों में सिख मज़हब के बारे में और गुरु नानक के बारे में क्या लिखा। नाज़रीन, ये वीडियो आपने देखी, मुलाहिज़ा फरमाई, वीडियो के अंदर क्या बात आपको अच्छी लगी कमेंट बॉक्स में उसका ज़रूर इजहार करना, और हमारे चैनल को सब्सक्राइब, वीडियो को लाइक और शेयर करना ना भूलिएगा।